ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਟੀਚਿੰਗਸ ਦੇ ongoing weekly sessions ਦੇ ਵਿੱਚ we welcome everyone on our topic of ਅਰਦਾਸ। ਅਸੀਂ ਅੱਜ ਅਰਦਾਸ ਦੇ ਟੌਪਿਕ ਦਾ ਤੀਜਾ ਸੈਸ਼ਨ ਜੋ ਹੈ ਉਹ ਡਿਸਕਸ ਕਰਾਂਗੇ ਬੱਚਿਆਂ ਦੇ ਨਾਲ। ਸੋ ਇਹਦੇ ਵਿੱਚ ਜਿਹੜਾ ਸਾਡਾ ਅੱਜ ਦਾ ਨੈਕਸਟ ਫਿਊ ਸਲਾਈਡਸ ਦੇ ਵਿੱਚ ਡਿਸਕਸ਼ਨ ਟੌਪਿਕਸ ਹੋਣਗੇ ਉਹ ਹੋਣਗੇ ਕਿ ਅਸੀਂ ਅੰਡਰਸਟੈਂਡ ਕਰਨਾ ਹੈ ਕਿ ਜਿਹੜੀ ਪਹਿਲੀ ਪੌੜੀ ਹੈ ਅਰਦਾਸ ਦੀ ਉਹ ਦਸਵੇਂ ਪਾਤਸ਼ਾਹ ਦੀ ਬਾਣੀ ਚੰਡੀ ਕੀ ਵਾਰ ਦੇ ਵਿੱਚੋਂ ਲਈ ਗਈ ਹੈ ਤੇ ਅਸੀਂ ਅੱਜ ਕੋਸ਼ਿਸ਼ ਕਰਾਂਗੇ ਕਿ ਅਸੀਂ ਵਿਦ ਫਿਊ ਡਿਫਰੈਂਟ ਐਗਜ਼ਾਮਪਲਸ ਵਾਟ ਇਜ਼ ਚੰਡੀ ਅਸੀਂ ਇਹਨੂੰ ਸਮਝਣ ਲਈ ਬੱਚਿਆਂ ਦੀ ਲੈਂਗੁਏਜ ਦੇ ਵਿੱਚ ਇਹਨੂੰ ਇੰਟਰਪ੍ਰੇਟ ਕਰਨ ਦੇ ਲਈ ਉਪਰਾਲਾ ਕਰਾਂਗੇ ਤੇ ਬੱਚਿਆਂ ਨਾਲ ਇਹਨੂੰ ਡਿਸਕਸ ਕਰਾਂਗੇ। ਸੋ ਲੈਟਸ ਸਟਾਰਟ ਵਿਦ ਆਵਰ ਟੌਪਿਕ। ਕੋਈ ਬੱਚੇ ਹੈਂਡ ਰੇਜ਼ ਯੂਰ ਹੈਂਡਸ ਬੱਚਿਓ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ। Anyone wants to read this first line? ਹਾਂਜੀ ਮਿਹਰ ਕੌਰ ਜੀ। Do we read first paragraph of Bantuk Ardas? हाँ नहीं फर्स्ट पैराग्राफ बेटे। Jandi. Let's try to understand Jandi through some English items. Depending upon how someone makes use of their brain, they may be given different names. ਹੁਣੇ ਕਿ ਜਿਵੇਂ ਅਸੀਂ ਪਹਿਲਾਂ ਬੱਚਿਓ ਗੱਲ ਕੀਤੀ ਸੀਗੀ ਕਿ ਇਹਦੇ ਬਾਰੇ ਆਪਾਂ ਵੈਰੀ ਬਰੀਫਲੀ ਹੁਣੇ ਟੱਚ ਕੀਤਾ ਹੈ ਬਿਫੋਰ ਦ ਰਿਕਾਰਡਿੰਗ ਕਿ ਵੀ ਜਿਸ ਤਰ੍ਹਾਂ ਵੀ ਅਸੀਂ ਆਪਣੇ ਬ੍ਰੇਨ ਨੂੰ ਯੂਜ਼ ਕਰਦੇ ਹਾਂ ਜਿਸ ਤਰ੍ਹਾਂ ਦਾ ਵੀ ਸਾਡਾ ਬਿਹੇਵੀਅਰ ਹੁੰਦਾ ਹੈ we may be called with different names as per our behavior and as per the use of our brain. ਸੋ ਇਹਦੇ ਵਿੱਚ ਤੁਸੀਂ ਕਾਫੀ ਸੋਹਣੇ ਐਗਜ਼ਾਮਪਲ ਦਿੱਤੇ ਸੀਗੇ ਬਟ ਜਿਹੜੇ ਅਸੀਂ ਫਿਊ ਪੁਆਇੰਟਸ ਜਿਹੜੇ ਪਹਿਲਾਂ ਲਿਖੇ ਹੋਏ ਨੇ ਲੈਟਸ ਕੁਇਕਲੀ ਗੋ ਥਰੂ them. We won't go into too much of detail but we will touch them to understand the meaning of them. So ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਜਿਹੜਾ ਮੇਰਾ ਬਿਹੇਵੀਅਰ ਹੈ if it is just useless ਮੈਂ ਕੋਈ ਬਿਲਕੁਲ ਵੀ ਕਿਸੇ ਕੰਮ ਨੂੰ ਅਚੀਵ ਨਹੀਂ ਕਰ ਪਾ ਰਿਹਾ ਕੰਪਲੀਟ ਨਹੀਂ ਕਰ ਪਾ ਰਿਹਾ ਮੈਂ ਬਹੁਤ ਜ਼ਿਆਦਾ ਸਲੋ ਆ ਜਿਵੇਂ ਤਾਂ ਮੇਰਾ ਜਿਹੜਾ ਬ੍ਰੇਨ ਹੈ ਉਹ ਬਹੁਤ ਸੁਸਤ ਹੈ ਸਰ ਫਿਰਿਆ ਹੈ ਨਾ ਉਹਨੂੰ ਕੁਝ ਵੀ ਕੈਚ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਅਚੀਵ ਕਰਨ ਦੇ ਵਿੱਚ ਚੈਲੰਜਸ ਆ ਰਹੇ ਨੇ ਅਸੀਂ ਕਹਿ ਦਿੰਦੇ ਹਾਂ ਇਹ ਦਿਮਾਗ ਦੇ ਵਿੱਚ ਹਵਾ ਭਰੀ ਹੋਈ ਹੈ this is an air headed brain it is not able to do anything। ਸੋ ਇਸ ਤਰ੍ਹਾਂ ਹੀ ਏਅਰ ਹੈਡਡ ਬ੍ਰੇਨ ਦੇ ਡਿਫਰੈਂਟ ਟਾਈਪਸ ਆਫ ਅਦਰ ਨੇਮਸ ਵੀ ਹੈਗੇ ਨੇ ਜਿਵੇਂ ਕਿ ਇੱਥੇ ਤੁਸੀਂ ਪੜ੍ਹ ਪਾ ਰਹੇ ਹੋ ਸਾਹਮਣੇ ਪ੍ਰੈਜੈਂਟੇਸ਼ਨ ਦੇ ਵਿੱਚ ਕਿ ਡਿਮ ਵਿਟਡ ਬ੍ਰੇਨ ਯੂਜ਼ਲੈਸ ਬ੍ਰੇਨ ਜਾਂ ਅਨਇੰਟੈਲੀਜੈਂਟ ਪਰਸਨ। ਸੋ ਇਹ ਹੈਗੇ ਕਾਮਨ ਨੇਮਸ ਫॉर ਸਮਨ whose behavior is like they are not able to do anything successfully or catch anything। ਠੀਕ ਹੈ ਅਸੀਂ let's quickly go through them ਤੇ ਫਿਰ ਅਸੀਂ ਨਾਲ ਨਾਲ ਇਹਨੂੰ ਸਮਝਦੇ ਜਾਵਾਂਗੇ ਟੁਵਰਡਸ ਦੀ ਐਂਡ ਕਿ ਅਸੀਂ ਇਹਨੂੰ ਕਿਉਂ ਡਿਸਕਸ ਕੀਤਾ ਇਹਨਾਂ ਸਾਰੇ ਡਿਫਰੈਂਟ ਟਾਈਪਸ ਆਫ। ਹਾਂ ਬਿਲਕੁਲ ਠੀਕ ਹੈਗਾ ਜੀ ਮੇਹਰ ਕੌਰ ਜੀ। ਸੋ ਸੈਕੰਡ ਵਨ ਇਜ਼ ਕਿ ਸਟਬਨ ਪਰਸਨ ਜੇ ਮੇਰਾ ਬਿਹੇਵੀਅਰ ਹੈ ਮੈਨੂੰ ਬਾਰ-ਬਾਰ ਮੰਮੀ ਕਹੀ ਜਾ ਰਹੇ ਕਿ ਭਾਈ ਟੀਵੀ ਬੰਦ ਕਰ ਦਿਓ ਆਈਪੈਡ ਰੱਖ ਦਿਓ ਸਕਰੀਨ ਟਾਈਮ ਓਵਰ ਹੋ ਗਿਆ ਆਈ ਐਮ ਜਸਟ ਬੀਇੰਗ ਸਟਬਨ ਆਈ ਐਮ ਨਾਟ ਸਟਾਪਿੰਗ ਐਟ ਆਲ। ਮੈਂ ਬਾਰ-ਬਾਰ ਫਿਰ ਵੀ ਮੈਂ ਹਰ ਇੱਕ ਓਪਰਚੁਨਿਟੀ ਤੇ ਜਾ ਕੇ ਫਟਾਫਟ ਫਿਰ ਵੀ ਆਈਪੈਡ ਦੇਖੀ ਜਾ ਰਿਹਾ ਟੀਵੀ ਬਾਰ-ਬਾਰ ਔਨ ਕਰੀ ਜਾ ਰਿਹਾ not listening to parents at all so I am very being stubborn but headed individual ਬਹੁਤ ਜਿੱਦੀ ਦਿਮਾਗ ਹੈ ਮੇਰਾ ਹੈ ਨਾ this is the names of the behaviors ਜਿਵੇਂ ਕਿ ਆਪਾਂ ਗੱਲ ਕਰਦੇ ਆ ਰਹੇ ਹਾਂ ਠੀਕ I hope ਤੁਸੀਂ ਸਾਰੇ ਰਿਲੇਟ ਕਰੋਗੇ ਇਹਨਾਂ ਚੀਜ਼ਾਂ ਨੂੰ we will try to talk in your language ਕਿ ਇਹਨੂੰ ਆਪਾਂ ਹੋਰ ਤਾਂ ਕਿ ਤੁਹਾਨੂੰ ਸਮਝ ਆ ਜਾਵੇ what we are trying to explain। ਠੀਕ ਹੈ ਬਟ ਜੇ ਤੁਹਾਨੂੰ ਕੋਈ ਵੀ ਗੱਲ ਕਿਤੇ ਵੀ ਲੱਗੇਗੀ ਨਹੀਂ ਕਲੀਅਰ ਹੋ ਰਹੀ ਜਾਂ ਮੈਂ ਨਹੀਂ ਠੀਕ ਗੱਲ ਸਮਝਾ ਪਾ ਰਿਹਾ ਸੋ ਪਲੀਜ਼ ਰੇਜ਼ ਯੋਰ ਹੈਂਡ ਐਂਡ ਆਸਕ ਯੋਰ ਕੁਐਸਚਨਸ ਔਰ ਇਫ ਯੂ ਕੈਨ ਐਡ ਐਨੀਥਿੰਗ ਦੈਨ ਆਲਸੋ but we will continue on with few different names। ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲ ਹੈਗਾ ਲੇਮ ਬ੍ਰੇਨ ਹੈ ਨਾ ਕੋਈ ਤੁਸੀਂ ਐਗਜ਼ਾਮਪਲ ਦੇ ਸਕਦੇ ਹੋ ਹੁਣ ਇੱਥੇ ਜੇ ਕੋਈ ਬੱਚੇ ਨੇ ਐਗਜ਼ਾਮਪਲ ਦੇਣੀ ਹੋਏ ਮੈਨੂੰ what kind of a behavior from a lame brain who can we call a lame brain ਕੋਈ ਐਗਜ਼ਾਮਪਲ ਦੇ ਸਕਦਾ ਬੱਚਾ ਹਾਂਜੀ ਵੀਰ ਸਿੰਘ ਜੀ। ਬੰਦਾ ਲੇਜ਼ੀ ਠੀਕ ਹੈ ਠੀਕ ਹੈ ਹੋਰ ਕੋਈ ਬੱਚਾ ਵੀ ਦੱਸ ਸਕਦਾ ਜੀ
ਠੀਕ ਹੈ, ਹਾਂਜੀ ਬਿਲਕੁਲ ਠੀਕ ਹੈ ਜੀ। ਹਾਂਜੀ ਤੁਸੀਂ ਦੱਸਿਆ ਨਾ ਜਿਹੜਾ ਇੱਕ ਸਟੂਪਿਡ ਪਰਸਨ ਹੈ, ਲੇਜ਼ੀ ਇੰਡੀਵਿਜੂਅਲ ਹੈ। ਹਾਂਜੀ ਬੇਟੇ ਤੁਸੀਂ ਦੁਬਾਰਾ ਕੁਝ ਐਡ ਕਰਨਾ ਚਾਹੁੰਦੇ ਹੋ? ਹਾਂਜੀ sometimes ਜਿਹੜਾ lame brain ਹੁੰਦਾ ਹੈ ਉਹ maybe sometimes is a really some I don't know but I think very dumb person like ਉਹ ਬੜਾ dumb act ਕਰਦਾ ਹੈ। ਹਾਂਜੀ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਹਮ ਬਿਲਕੁਲ ਠੀਕ ਹੈ ਜੀ। ਹੈ ਨਾ, ਜਿਹਦੇ ਕੋਲ ਬਹੁਤ ਜ਼ਿਆਦਾ ਮੈਂਟਲ ਸਟਰੈਂਥ ਨਹੀਂ ਹੈਗੀ ਹੈ ਉਹ ਲੇਮ ਬ੍ਰੇਨ ਹੈ। ਜਿਹਦੀ ਮੈਂਟਲ ਜਿਹੜੀ ਸਟਰੈਂਥ ਹੈ ਉਹ ਵੀਕ ਹੈਗੀ ਹੈ ਬੜੀ, ਅਸੀਂ ਉਹਨੂੰ ਕਹਿ ਦਿੰਦੇ ਹਾਂ ਲੇਮ ਬ੍ਰੇਨ ਹੈ, ਜਾਂ ਇਹਦੇ ਕੋਲ ਅਕਲ ਘੱਟ ਹੈ। ਫਿਰ ਸਾਡੇ ਕੋਲ ਜਿਹੜਾ ਨੈਕਸਟ ਇਜ਼ ਡੈਵਲ ਬ੍ਰੇਨ, one who gets into trouble. Excellent, very nice expressions ਇਕਜੋਤ ਸਿੰਘ ਜੀ। ਠੀਕ ਹੈ ਨਾ, ਇਹ ਕੀ ਚੀਜ਼ ਹੈਗੀ ਹੈ ਕਿ ਵੀ ਇਹ ਉਹ ਬ੍ਰੇਨ ਹੈਗਾ ਜਿਹੜਾ ਬਹੁਤ ਸ਼ਰਾਰਤੀ ਹੈ, ਜਿਹੜਾ ਜਾਣਬੁੱਝ ਕੇ ਬਾਰ-ਬਾਰ ਟਰਬਲ ਵਿੱਚ ਫਸ ਰਿਹਾ ਹੈ, ਜਿਹਨੂੰ ਅਸੀਂ ਐਕਸਪਲੇਨ ਕੀਤਾ ਹੈ ਕਿ ਭਾਈ ਜਦੋਂ ਰੂਲ ਬ੍ਰੇਕ ਕਰਦੇ ਆ ਤੇ ਯੂ ਗੈਟ ਇਨਟੂ ਟਰਬਲ, ਯੂ ਲਿਸਨ ਟੂ ਇਟ ਬਟ ਯੂ ਡੋਂਟ ਕੇਅਰ, ਯੂ ਅਗੇਨ ਟਰਾਈ ਟੂ ਬ੍ਰੇਕ ਦਾ ਰੂਲ। ਹੁਣ ਅਸੀਂ ਕਹਿੰਦੇ ਇਹ ਡੈਵਲਸ ਬ੍ਰੇਨ ਹੈ, ਇਹ ਹਮੇਸ਼ਾ ਇਹ ਸ਼ੈਤਾਨ ਦਾ ਘਰ ਹੈ। ਇਹਦਾ ਬ੍ਰੇਨ ਜਿਹੜਾ ਹੈ ਇਹਨੂੰ it knows ਕਿ ਮੈਂ ਗਲਤੀ ਕਰ ਰਿਹਾ ਤੇ it will take me into trouble but it still makes the mistake, it still pushes itself into the trouble state। ਹੁਣ ਅਸੀਂ ਕਹਿੰਦੇ ਹਾਂ ਕਿ ਵੀ ਇਹ ਜੋ ਹੈ ਇਹ ਡੈਵਲਸ ਬ੍ਰੇਨ ਹੈ, ਜਿਹੜਾ ਜਾਣ ਬੁੱਝ ਕੇ knowingly ਗਲਤ ਕੰਮ ਕਰੀ ਜਾ ਰਿਹਾ ਹੈ। ਠੀਕ ਹੈ ਜੀ। ਹੁਣ ਕਿਹੜਾ ਹੈਗਾ ਦੇਖੋ, ਇਹ ਹੈਗਾ, ਹਾਂ ਬਿਲਕੁਲ ਠੀਕ ਹੈ ਜੀ ਇਕਜੋਤ ਸਿੰਘ ਜੀ। ਯੈਸ, ਮੇ ਬੀ ਪੋਸੀਬਲ ਕਿ ਵੀ ਤੁਸੀਂ ਠੀਕ ਕਹਿ ਰਹੇ ਹੋ, ਉਹਦੇ ਵਿੱਚ ਈਗੋ ਵੀ ਹੈਗੀ ਆ। ਠੀਕ ਹੈਗਾ, ਚਲੋ ਲੈਟਸ ਮੂਵ ਔਨ। ਸਾਡਾ ਜਿਹੜਾ ਨੈਕਸਟ ਹੈਗਾ, ਅਸੀਂ ਇਹਨੂੰ ਸਮਝਦੇ ਹਾਂ ਕਿ ਵੀ ਇਹ ਜਿਹੜਾ ਬਹੁਤ ਸਮਾਰਟ ਬ੍ਰੇਨ ਹੈ, ਜਿਹੜਾ ਟੈਕਨੀਕਲੀ ਬਹੁਤ ਸਟਰੋਂਗ ਹੈ, ਇਟ ਨੋਜ਼ ਐਵਰੀਥਿੰਗ ਹਾਊ ਟੂ ਮੈਨੇਜ ਐਂਡ ਡੀਲ ਵਿਦ ਟੈਕਨੀਕਲ ਥਿੰਗਸ। ਉਸ ਬ੍ਰੇਨ ਨੂੰ ਕਿਹਾ ਜਾਂਦਾ ਹੈ ਪ੍ਰੋਪੈਲਰ ਹੈਡ ਜਾਂ ਟੈਕਨੀਕਲ ਪਰਸਨ, ਜਿਹੜਾ ਦਿਮਾਗ ਬਹੁਤ ਚੁਸਤ ਹੈਗਾ। ਹਾਂਜੀ ਵੀਰ ਸਿੰਘ ਜੀ। is it like ਜਿਵੇਂ ਬੰਦਾ ਜੋ ਉਹ ਕਰਦਾ like technical person ਹੈ, like ਉਹ ਬੜਾ smart ਹੈ, sometimes he acts way over smart ਔਰ ਫਿਰ ਗਲਤ ਕਦੇ ਕਦੇ ਗਲਤ ਕੰਮ ਹੋ ਸਕਦਾ ਹੈ। ਜਦੋਂ ਕੋਈ ਬੰਦਾ ਬਹੁਤ ਸਮਾਰਟ ਐਕਟ ਕਰਦਾ ਗਲਤ ਕੰਮ ਕਰ ਜਾਂਦਾ ਜੀ, ਇਹ ਕਹਿਣਾ ਚਾਹ ਰਹੇ ਹੋ ਤੁਸੀਂ? ਨਹੀਂ ਉਹ ਜਿਵੇਂ ਟੈਕਨੀਕਲੀ ਬੜਾ ਸਮਾਰਟ ਹੋ ਜਾਏ ਕਈ ਵਾਰੀ ਵੀ, ਫਿਰ ਉਹ ਹਾਂਜੀ ਕਰਦੇ ਕਰਦੇ ਕੁਝ ਜ਼ਿਆਦਾ ਹੀ ਸਮਾਰਟ ਹੋ ਜਾਂਦਾ ਹੈ ਤੇ ਉਹ ਕਹਿੰਦਾ ਹਾਂਜੀ ਵੀ ਹਾਂਜੀ ਹਾਂਜੀ ਹਾਂ ਫਿਰ ਬਿਲਕੁਲ ਉਹ ਠੀਕ ਠੀਕ ਹੈ ਕਰ ਰਿਹਾ। ਆਪਾਂ ਕਿ ਨਾ, ਉਹ ਹਾਂ ਬੈਕ ਬਿਲਕੁਲ ਦਾ ਕੰਮ। ਹਾਂਜੀ ਹਾਂਜੀ ਤੁਸੀਂ ਠੀਕ ਕਹਿ ਰਹੇ ਹੋ ਵੀਰ ਸਿੰਘ ਜੀ, ਐਦਾਂ ਹੁੰਦਾ ਹੈ। ਪਰ ਅਸੀਂ ਪਤਾ ਕੀ ਕਰਨਾ ਚਾਹ ਰਹੇ ਹਾਂ ਬੇਟੇ, ਆਪਾਂ ਜਿਹੜੀ ਇਹ ਐਕਸਰਸਾਈਜ਼ ਹੈ, ਇਹ ਸਲਾਈਡ ਹੈ, ਇਹਨੂੰ ਆਪਾਂ ਉੱਦਾਂ ਡਿਸਕਸ ਨਹੀਂ ਕਰ ਰਹੇ ਹਾਂ। ਵੀ ਆਰ ਨਾਟ ਗੋਇੰਗ ਇਨਟੂ ਦੋਜ਼ ਡੀਟੇਲਸ ਕਿ ਵੀ ਜਿਹੜਾ ਬਹੁਤ ਸਮਾਰਟ ਹੈ ਉਹ ਗਲਤੀਆਂ ਕਰਦਾ ਹੈ। ਯੈਸ, ਇਟ ਇਜ਼ ਗੁੱਡ ਟੂ ਨੋ, ਸਾਡੇ ਵਾਸਤੇ ਬਹੁਤ ਅੱਛਾ ਹੈਗਾ ਜਦੋਂ ਸਾਨੂੰ ਇਹ ਸਾਰੀਆਂ ਗੱਲਾਂ ਪਤਾ ਹੁੰਦੀਆਂ ਨੇ ਕਿ ਹਾਊ ਡਿਫਰੈਂਟ ਟਾਈਪਸ ਆਫ ਬ੍ਰੇਨ ਬਿਹੇਵਸ and what are the consequences of those actions and behaviors which we acquire, है ना, या we act as। ਬਟ ਇੱਥੇ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਹੁਣ ਵੈਰੀ ਬਰੀਫਲੀ ਇਹਨੂੰ ਆਪਾਂ ਟੱਚ ਕਰਨਾ ਹੈਗਾ ਕਿ ਵੀ ਜਿਹੜਾ ਇੱਕ ਬੰਦਾ ਬਹੁਤ ਸਮਾਰਟ ਹੈ, ਬਹੁਤ ਟੈਕਨੀਕਲੀ ਸਟਰੋਂਗ ਹੈ, ਨੋਜ਼ ਐਵਰੀਥਿੰਗ, ਉਹਨੂੰ ਅਸੀਂ ਕਹਿੰਦੇ ਇਹ ਬੰਦਾ ਬਹੁਤ ਸਮਾਰਟ ਹੈ, ਬੜਾ ਟੈਕਨੀਕਲ ਸਟਰੋਂਗ ਹੈ, ਇਜ਼ ਅ ਬਹੁਤ ਚੁਸਤ ਬੰਦਾ ਹੈ ਬੜਾ। ਸੋ ਇਟਸ ਅ ਕਾਮਨ ਨੇਮਸ ਜਿਹੜੇ ਈਡੀਅਮਸ ਨੇ, ਸਿਰਫ ਉਹੀ ਡਿਸਕਸ ਕਰ ਰਹੇ ਹਾਂ। ਬਟ ਆਵਰ ਟਾਰਗੇਟ ਇਜ਼ ਟੂ ਗੈਟ ਟੂ ਅੰਡਰਸਟੈਂਡ ਵਾਟ ਇਜ਼ ਚੰਡੀ। ਸੋ ਉੱਥੇ ਤੱਕ ਪਹੁੰਚਣ ਲਈ ਆਪਾਂ ਵੀ ਆਰ ਟਰਾਈਂਗ ਟੂ ਮੇਕ ਆਵਰ ਸੈਲਫ ਦੈਟ ਗਰਾਊਂਡ that okay why it is called Chandi। please अपना वीडियो बंद कर दो फतेह बेटा जी। हाँ जी ਵੀਰ ਜੀ, let's move on to the next one। ਸੋ ਸਾਡੇ ਕੋਲ ਜਿਹੜਾ ਨੈਕਸਟ ਹੈਗਾ ਉਹ ਹੈਗਾ ਕਿ ਜਿਹੜਾ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਵੀ ਮੈਨੂੰ ਮੰਮਾ ਕਹੀ ਜਾ ਰਹੀ ਹੈ ਕਿ ਵੀ ਭਾਈ ਸਕੂਲ ਜਾਣਾ ਹੈ, ਉੱਠ ਜਾਓ, ਕੰਮ ਕਰਨਾ ਹੈ, ਵੀਕਐਂਡ ਵੀ ਹੈ ਤਾਂ ਵੀ ਗੁਰਦੁਆਰੇ ਜਾਣਾ ਹੈ, ਜਾਂ ਹੋਰ ਤੁਸੀਂ ਆਪਣੀ ਗੇਮ ਤੇ ਜਾਣਾ ਹੈ। ਮੈਂ ਉੱਠ ਹੀ ਨਹੀਂ ਰਿਹਾ, ਮੈਂ ਸੁੱਤਾ ਪਿਆ ਆਰਾਮ ਨਾਲ, ਮੈਂ ਬਿਸਤਰੇ ਚੋਂ ਨਹੀਂ ਨਿਕਲ ਰਿਹਾ। ਉਹ ਬਾਰ-ਬਾਰ ਆਵਾਜ਼ਾਂ ਮਾਰੀ ਜਾ ਰਹੇ ਆ ਪਰ ਆਈ ਐਮ ਜਸਟ ਬੀਇੰਗ ਟੂ ਲੇਜ਼ੀ। ਅਸੀਂ ਕਹਿੰਦੇ ਭਾਈ ਇਹ ਸਲੀਪੀ ਹੈਡ ਹੈ, ਯਾਨੀ ਕਹਿੰਦੇ ਇਨਅਟੈਂਟਿਵ ਪਰਸਨ ਹੈ, ਜਿਹੜਾ ਬੈਠਾ ਵੀ ਹੈ ਭਾਵੇਂ ਕਿਤੇ ਪ੍ਰੈਜ਼ੈਂਟ ਵੀ ਹੈ, ਕਲਾਸ ਵਿੱਚ ਵੀ ਬੈਠਾ ਹੋਇਆ ਹੈ, ਲੇਕਿਨ ਇਟ ਇਜ਼ ਜਸਟ ਸਲੀਪੀ।
it is not picking up thing, or maybe it is not attentive at all. So ਇਸ type of behavior ਨੂੰ ਅਸੀਂ ਕਹਿੰਦੇ ਆ inattentive person, ਜਾਂ ਇਹਨੂੰ ਕਹਿੰਦੇ ਆ ਸੁਸਤ ਦਿਮਾਗ। ਠੀਕ ਹੈ ਨਾ? ਇਹਦੇ ਵਿੱਚ ਕੋਈ ਹੋਰ ਚੀਜ਼ ਹੈਗੀ ਆ ਜਿਹੜੀ ਤੁਸੀਂ ਦੱਸ ਸਕਦੇ ਹੋ? ਐਨੀਥਿੰਗ ਐਲਸ? ਹੁਣ ਆਪਾਂ ਡਿਸਕਸ ਕੀਤੀਆਂ ਜਿਹੜੇ 2-4 ਆਪਾਂ ਪੁਆਇੰਟਸ ਜਿਹੜੇ ਡਿਸਕਸ ਕੀਤੇ ਨੇ। ਹਾਂਜੀ ਵੀਰ ਸਿੰਘ ਜੀ। ਮੇਰੇ ਕੋ ਸਿਰਫ ਕੁਝ ਐਡ ਕਰਨਾ ਸੀਗਾ ਸਲੀਪੀ ਬ੍ਰੇਨ ਦੇ ਉੱਤੇ। ਹਾਂਜੀ ਬੇਟੇ। ਜਿਵੇਂ ਜੋ ਇਨਅਟੈਂਟਿਵ ਪਰਸਨ ਹੁੰਦਾ ਹੈ ਉਹ ਬੜਾ ਸਮਟਾਈਮ ਉਹ ਵੀ ਥੋੜਾ ਲਾਈਕ ਹੋ ਸਕਦਾ ਸ਼ੈਤਾਨੀ, ਲਾਈਕ ਜਿਹੜਾ ਸਮਝਦਾ ਹੈ ਬੜਾ ਟਾਇਰਡ ਹੁੰਦਾ ਨਾ, ਉਹ ਫਿਰ ਹਮੇਸ਼ਾ ਕਿਉਂਕਿ ਉਸਨੂੰ ਟਾਇਰਡ ਰਹਿਣਾ, ਸਮਟਾਈਮਸ ਉਹ ਓਵਰ ਰਿਐਕਟ ਕਰ ਲੈਂਦੇ ਔਰ ਕੁਝ ਵੀ ਕਰ ਲੈਂਦੇ ਆ। ਬਿਲਕੁਲ ਠੀਕ ਹੈ ਜੀ। that's very good. It's a good understanding ਕਿ ਵੀ different types of behaviors ਜਿਹੜੇ ਨੇ ਜਾਂ names ਅਸੀਂ brains ਦੀ ਜਿਹੜੀ usage ਕਰ ਰਹੇ ਹਾਂ ਉਹਦੇ ਨਾਲ ਜਿਹੜਾ ਸਾਡਾ ਕੈਰੈਕਟਰ ਕਿੱਦਾਂ ਦਾ ਸ਼ੋਕੇਸ ਹੁੰਦਾ ਹੈ, which is very good। ਹਾਂਜੀ ਠੀਕ ਹੈ ਜੀ। ਠੀਕ ਹੈ, ਹੁਣ ਇਸ ਤੋਂ ਬਾਅਦ ਅਸੀਂ ਚੱਲਾਂਗੇ ਕਿ ਚੰਡੀ ਕੀ ਹੈ। ਹੁਣ I would like somebody to read this first line for me। ਹਾਂਜੀ ਵੀਰ ਸਿੰਘ ਜੀ। The Chandi, the brain that lives as per the teachings of Gurbani and consciously fights the bad। Fighting the bad voice ਨਾ। ਹੁਣ ਹਾਂਜੀ ਵੀਰ ਸਿੰਘ ਜੀ। what does constantly mean? ਜਿਹੜਾ ਹਮੇਸ਼ਾ ਬੇਟੇ, always। okay ਹੈ ਨਾ। ਸੋ ਉਹ ਬ੍ਰੇਨ ਹੈ ਜਿਹੜਾ ਬ੍ਰੇਨ ਗੁਰਬਾਣੀ ਦੀਆਂ ਟੀਚਿੰਗਸ ਨੂੰ ਫੋਲੋ ਕਰ ਰਿਹਾ ਹੈ ਔਰ ਉਹਨਾਂ ਨੂੰ ਹਮੇਸ਼ਾ ਅਪਲਾਈ ਕਰ ਰਿਹਾ ਆਪਣੀ ਲਾਈਫ ਦੇ ਵਿੱਚ, and always is active and focused to fight against the bad voice। ਉਹ ਬ੍ਰੇਨ ਨੂੰ ਅਸੀਂ ਕਹਿੰਦੇ ਆ ਚੰਡੀ। ਠੀਕ ਹੈ, ਜਿਹੜਾ ਹਮੇਸ਼ਾ ਆਪਣੀ ਜਿਹੜੀ ਵੀਕਨੈਸ ਹੈ ਉਹਨੂੰ ਠੀਕ ਕਰਨ ਲਈ ਐਕਟਿਵਲੀ ਕੰਮ ਕਰਦਾ ਰਹਿੰਦਾ ਹੈ, ਉਹਨੂੰ ਅਸੀਂ ਕਹਿੰਦੇ ਆ ਇਹ ਚੰਡੀ ਹੈ। ਠੀਕ ਹੈ, ਇੱਥੇ ਅਸੀਂ ਗੁਰਬਾਣੀ ਦੀ ਲੈਂਗੁਏਜ ਚੋਂ ਇਹਨੂੰ ਇੰਟਰਪ੍ਰੀਟ ਕਰ ਰਹੇ ਹਾਂ ਇਨ ਯੋਰ ਲੈਂਗੁਏਜ, ਕਿ ਅਸੀਂ ਤੁਹਾਡੀ ਲੈਂਗੁਏਜ ਦੇ ਵਿੱਚ ਸਾਨੂੰ ਇੱਥੇ ਹੁਣ ਕਿਵੇਂ ਸਮਝ ਆ ਰਿਹਾ ਹੈ। This is what we are trying to understand, what does ਚੰਡੀ mean। ਡੋਮੀਨੇਟਡ ਮਾਈਂਡ ਨਹੀਂ ਹੋਏਗਾ ਬੇਟੇ, ਡੋਮੀਨੇਟਡ ਨਹੀਂ ਹੈ। ਠੀਕ ਹੈ, ਡੋਮੀਨੇਟਡ ਹੁੰਦਾ ਜਿਹੜਾ ਅਸੀਂ ਕਿਸੇ ਵੀ ਹਰੇਕ ਚੀਜ਼ ਨੂੰ ਡੋਮੀਨੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹ ਈਗੋਇਸਟਿਕ ਬ੍ਰੇਨ ਹੋ ਸਕਦਾ ਹੈ। ਇਹ ਜਿਹੜਾ ਸਟਰੋਂਗ ਬ੍ਰੇਨ ਹੈ ਜਿਹੜਾ ਆਲਵੇਜ਼ ਫੋਲੋਇੰਗ ਦਾ ਰਾਈਟ ਪਾਥ। ਇਹ ਸਟਰੋਂਗ ਦੇ ਨਾਲ ਨਾਲ ਹੰਬਲ ਵੀ ਹੈ। ਸੋ ਇਹ ਸਟਰੋਂਗ ਆਪਣੇ ਲਈ ਹੈ ਕਿ ਉਹਨੇ ਹਮੇਸ਼ਾ ਗੁੱਡ ਚੀਜ਼ ਫੋਲੋ ਕਰਨੀ ਹੈ, ਬਟ ਉਹ ਹੰਬਲ ਵੀ ਹੈ ਕਿ ਵੀ ਉਹ ਹਮੇਸ਼ਾ ਲਰਨ ਵੀ ਕਰ ਰਿਹਾ ਹੈ। ਇਫ ਦੈਟ ਮੇਕ ਸੈਂਸ। ਹਾਂਜੀ ਹਾਂ ਬਿਲਕੁਲ ਠੀਕ ਹੈਗਾ, ਕਿਉਂਕਿ ਅਸੀਂ ਜਦੋਂ ਗੱਲ ਕਰ ਰਹੇ ਹਾਂ ਕਿ ਜਦੋਂ ਗੁਰਬਾਣੀ ਦੀ ਟੀਚਿੰਗਸ ਦੀ ਗੱਲ ਕਰ ਰਹੇ ਹਾਂ, ਅਸੀਂ ਇਹ ਟੌਪਿਕ ਬੜਾ ਇਨ ਡੀਟੇਲ ਡਿਸਕਸ ਕੀਤਾ ਸੀਗਾ ਕਿ ਜਦੋਂ ਅਸੀਂ ਆਪਣੀ ਜੋਤ ਦੀ ਆਵਾਜ਼ ਸੁਣਦੇ ਹਾਂ ਉਦੋਂ ਸਾਡਾ ਬਿਹੇਵੀਅਰ ਕਿੱਦਾਂ ਦਾ ਹੁੰਦਾ ਹੈ। ਸੋ ਇਹ ਉਹ ਵਾਲਾ ਬ੍ਰੇਨ ਹੈ ਜਿਹੜਾ ਆਪਣੀ ਜੋਤ ਦੀ ਆਵਾਜ਼, ਆਪਣੀ ਗੁੱਡ ਵੌਇਸ ਨਾਲ ਹਮੇਸ਼ਾ ਕਨੈਕਟਡ ਹੈ, ਆਪਣੀ ਜਿਹੜੀ ਹੈ ਗੁਰਬਾਣੀ ਦੀਆਂ ਟੀਚਿੰਗਸ ਨੂੰ ਅਪਲਾਈ ਕਰ ਰਿਹਾ ਹੈ ਔਰ ਹਮੇਸ਼ਾ ਉਹਨਾਂ ਦੇ ਅਕੋਰਡਿੰਗਲੀ ਆਪਣੀ ਲਾਈਫ ਨੂੰ ਲੀਡ ਕਰ ਰਿਹਾ ਹੈ। ਤਾਂ ਉਹਦੇ ਵਿੱਚ ਸਾਰੇ ਕਰੈਕਟਰਿਸਟਿਕ ਜੋ ਅਸੀਂ ਪਹਿਲਾਂ ਡਿਸਕਸ ਕੀਤੇ ਨੇ, ਅਸੀਂ ਨਿਰਭਉ, ਨਿਰਵੈਰ, ਤੇ ਅਸੀਂ ਇਹ ਜਿਹੜਾ ਹੰਬਲ, ਪੋਲਾਈਟਨੈਸ, ਇਹ ਸਾਡੀ ਲਾਈਫ ਵਿੱਚ ਆਏਗੀ ਕਿਉਂਕਿ ਅਸੀਂ ਹਮੇਸ਼ਾ ਇੱਕ ਅੱਛੇ ਲਰਨਰ ਔਰ ਇੱਕ ਅੱਛੇ ਸਟੂਡੈਂਟ ਵਾਂਗ ਗੁਰਬਾਣੀ ਦੀਆਂ ਟੀਚਿੰਗਸ ਨੂੰ ਸਿੱਖ ਰਹੇ ਹਾਂ, ਉਹਨਾਂ ਨੂੰ ਅਪਲਾਈ ਕਰ ਰਹੇ ਹਾਂ ਤੇ ਆਪਣੀਆਂ ਜਿਹੜੀਆਂ ਵੀਕਨੈਸਿਸ ਨੇ ਉਹਨਾਂ ਨੂੰ ਅਸੀਂ ਹੌਲੀ ਹੌਲੀ ਖਤਮ ਕਰਨ ਲਈ ਹਮੇਸ਼ਾ ਅਟੈਂਟਿਵਲੀ ਔਰ ਵਿਲਿੰਗਲੀ ਐਕਸ਼ਨ ਕਰ ਰਹੇ ਹਾਂ। ਹਾਂਜੀ ਵੀਰ ਸਿੰਘ ਜੀ।
ਮੈਨੂੰ ਨਾ ਮੈਂ ਹੁਣੇ ਜਿਵੇਂ ਮੈਂ ਥੋੜੇ ਕੁਐਸਚਨਸ ਪੁੱਛ ਰਿਹਾ ਸੀ ਕਿਸੇ ਮੇਰੇ ਪਾਪਾ ਨੂੰ ਔਰ ਉਹ ਬੋਲ ਰਹੇ ਸੀ ਕਿ ਲਾਈਕ ਪ੍ਰਚੰਡ ਮਾਈਂਡ ਮੈਨੂੰ ਸਮਝ ਨਹੀਂ ਆ ਰਿਹਾ ਕਿ ਪ੍ਰਚੰਡ ਕੀ ਹੈ। ਠੀਕ ਹੈ, ਦੇਖੋ ਪ੍ਰਚੰਡ ਕੀ ਹੈਗਾ, ਜਿਹਦੇ ਕੋਲ ਉਹ ਨੌਲੇਜ, ਜਿਸ ਦਿਮਾਗ ਦੇ ਵਿੱਚ ਉਹ ਨੌਲੇਜ ਐਨਲਾਈਟਨ ਹੋ ਗਈ ਹੈ, ਜਿਹਨੂੰ ਵਾਪਸ ਹੁਣ ਡਿਪੈਂਡੈਂਟ ਨਹੀਂ ਹੋਣਾ ਪਾ ਰਿਹਾ, ਬਾਰ-ਬਾਰ ਰੀਵਿਜ਼ਿਟ ਨਹੀਂ ਕਰਨਾ ਪੈ ਰਿਹਾ, ਬਾਰ-ਬਾਰ ਕਿਸੇ ਵੀ ਚੀਜ਼ ਨੂੰ ਆਪਣੀ ਫਾਈਟ ਕਰਨ ਲਈ ਆਪਣੀ ਬੈਡ ਵੌਇਸ ਨਾਲ ਉਹਨੂੰ ਵਾਪਸ ਐਵਰੀ ਸਿੰਗਲ ਟਾਈਮ ਗੁਰਬਾਣੀ ਕੋਲ ਵੀ ਨਹੀਂ ਆਉਣ ਦੀ ਲੋੜ। ਹੁਣ ਉਹ ਜਿਹੜੀ ਨੌਲੇਜ ਹੈ, ਜਿਸ ਨੌਲੇਜ ਨੇ ਮੈਨੂੰ ਇਨਕਾਵ ਕਰ ਲਿਆ ਆਪਣੇ ਬ੍ਰੇਨ ਦੇ ਵਿੱਚ, ਆਈ ਨੋ ਦਿਸ ਇਜ਼ ਹਾਊ I am going to fight with my bad voice. So ਉਹ ਚੰਡੀ ਹੈ ਨਾ, ਹਾਂ ਪ੍ਰਚੰਡ ਗਿਆਨ ਹੈ ਉਹ ਵਾਲਾ, ਠੀਕ ਹੈ ਨਾ, ਜਿਹੜਾ ਹਮੇਸ਼ਾ ਮੈਨੂੰ ਮੇਰੇ ਨਾਲ ਐਕਟਿਵ ਹੈ, ਭਾਵੇਂ ਮੈਂ ਸੁੱਤਾ ਵੀ ਹੋਇਆ। ਉਹ ਪਤਾ ਕੀ ਚੀਜ਼ ਹੈਗੀ ਹੈ, ਜਦੋਂ ਤੁਸੀਂ ਕਿਤੇ ਸਕੂਲ ਵਿੱਚ ਕੋਈ ਗੇਮ ਖੇਡਦੇ ਹੋ, ਜਿਸੇ ਸੌਕਰ ਖੇਡਦੇ ਹੋ, ਤੁਹਾਨੂੰ ਟ੍ਰੇਨਿੰਗ ਦਿੱਤੀ ਜਾਏਗੀ day 1 ਤੋਂ ਕਿ this is your goal and this is the whatever the other team you are playing with their goal. ਜਦੋਂ ਤੁਸੀਂ ਇੱਕ ਵਾਰੀ ਸਿੱਖ ਲਿਆ ਆਪਣੇ ਕੋਚ ਤੋਂ, you will never ever go back and throw the ball in your own goal. ਹੈ ਨਾ, ਹੁਣ ਤੁਸੀਂ ਉਹਨੂੰ ਤੁਹਾਡੇ ਡ੍ਰੀਮ ਵਿੱਚ ਵੀ ਨਹੀਂ ਆਣਾ ਇਹ ਗੱਲ ਕਿ ਮੈਂ ਵਾਪਸ ਜਾ ਕੇ ਆਪਣੇ ਗੋਲ ਵਿੱਚ ਬਾਲ ਸਿੱਟਣੀ ਹੈ, ਕਿਉਂਕਿ you have learned it, you have just enlightened your brain with this knowledge ਕਿ ਮੈਂ ਹੁਣ ਜਦੋਂ ਬਾਲ ਖੇਡਣੀ ਹੈ ਤਾਂ ball has to go into the opponent's goal. ਹਾਂਜੀ, ਇਸੇ ਤਰ੍ਹਾਂ ਅਸੀਂ ਜਿਸ ਬ੍ਰੇਨ ਨੇ ਉਸ ਨੌਲੇਜ ਨੂੰ ਆਪਣੇ ਅੰਦਰ ਡਾਈਜੈਸਟ ਕਰ ਲਿਆ, ਜਿਸ ਬ੍ਰੇਨ ਨੇ ਉਹਨੂੰ ਹਮੇਸ਼ਾ ਵਾਸਤੇ ਸਮਝ ਲਿਆ ਔਰ ਉਹਦੇ ਨਾਲ ਆਪਣੀ ਲਾਈਫ ਨੂੰ ਲੀਡ ਕਰ ਰਿਹਾ, ਉਹਨੂੰ ਅਸੀਂ ਬੋਲਦੇ ਹਾਂ ਪ੍ਰਚੰਡ। ਜਿਹੜੀ ਹੈ ਉਹ ਗਿਆਨ ਹੈ, ਉਹ ਨੌਲੇਜ ਹੈ ਜਿਹੜੀ ਮੈਨੂੰ ਮਿਲ ਰਹੀ ਹੈ, ਠੀਕ ਹੈ। ਬਟ ਉਹ ਜਿਹੜਾ ਬ੍ਰੇਨ ਹੈ, ਉਹ ਬ੍ਰੇਨ ਨੂੰ ਅਸੀਂ ਕਹਿੰਦੇ ਹਾਂ ਚੰਡੀ। ਹਾਂਜੀ, ਥੈਂਕ ਯੂ। ਠੀਕ ਹੈ, ਠੀਕ, ਵੈਰੀ ਗੁੱਡ। ਹਾਂਜੀ, ਕਿਸੇ ਹੋਰ ਬੱਚੇ ਕੋਲ ਵੀ ਹੈਗਾ ਜੀ ਕੁਐਸਚਨ ਕੋਈ? Is it clear ਕਿ ਵੀ why did we discuss different types of brains and is it clear ਕਿ ਵੀ ਅਸੀਂ ਚੰਡੀ ਬ੍ਰੇਨ ਕਿਹਨੂੰ ਕਹਿੰਦੇ ਆ? ਇਹਦੇ ਵਿੱਚ ਕੋਈ ਕਨਫਿਊਜ਼ਨ ਤਾਂ ਨਹੀਂ ਹੈਗੀ ਕਿਸੇ ਵੀ ਬੱਚੇ ਨੂੰ? ਜਸਟ ਵਾਂਟ ਟੂ ਮੇਕ ਸ਼ੋਰ ਕਿ ਵੀ ਇਹ ਆਪਾਂ ਨੂੰ ਗੱਲ ਸਮਝ ਆ ਗਈ। ਐਂਡ ਡੈਫੀਨੇਟਲੀ ਵੀ ਹੈਵ ਟਰਾਈਡ ਆਵਰ ਬੈਸਟ ਟੂ ਕੀਪ ਦਾ ਲੈਂਗੁਏਜ ਜਿਹੜੀ ਤੁਹਾਨੂੰ ਸਮਝ ਆ ਜਾਵੇ, ਕਿ ਵੀ ਡੋਂਟ ਵਾਂਟ ਟੂ ਕੰਪਲਿਕੇਟ ਦਿਸ ਐਟ ਆਲ। ਇਹਨੂੰ ਆਪਾਂ ਸਿਰਫ ਆਪਣੀ ਹੁਣ ਦੀ ਅੰਡਰਸਟੈਂਡਿੰਗ ਨਾਲ ਸਮਝਣਾ ਹੈ, ਤਾਂ ਕਿ then as we grow we will just grow with this knowledge and this will like help us moving forward in our life. ਠੀਕ ਹੈ ਜੀ, ਸਾਰੇ ਬੱਚਿਆਂ ਨੂੰ ਸਮਝ ਆ ਗਿਆ ਜੋ ਅਸੀਂ ਗੱਲ ਕੀਤੀ ਹੈ ਹੁਣ ਤੱਕ? Anything ਜੇ ਕੋਈ ਨਹੀਂ ਕਲੀਅਰ ਹੋਈ, I'm happy to spend 5 more minutes on this. ਠੀਕ ਹੈ ਜੀ, let's move on to the what is var. ਹਾਂਜੀ, ਕੌਣ ਬੱਚਾ ਪੜ੍ਹੇਗਾ ਜੀ? ਹਾਂਜੀ, ਰਿਦਾਨ ਸਿੰਘ ਜੀ। Var, a style of composition which describes story of brave people. In Sikhi, Var describes the fight between good and bad voice, the fight that goes within us. Describes story of brave brains who were able to win the bad voice through good knowledge. ਠੀਕ ਹੈ ਨਾ। ਹੁਣ ਇਹ ਹੈਗੀ ਹੈ ਵਾਰ। ਇਹ ਵਾਰ ਕੀ ਹੁੰਦੀ ਹੈ ਕਿ ਇਹ ਹੈਗੀ ਹੈ ਮੈਂ ਆਈ ਐਮ, ਜਿਵੇਂ ਤੁਸੀਂ ਇੱਥੇ ਦੇਖ ਪਾ ਰਹੇ ਹੋ, what it is doing, it is explaining me the way how I can fight between ਜਿਹੜੀ my own fight between my good voice and bad voice, how my good voice is trying to win over my bad voice. It is talking to me, it is explaining me ਕਿ ਜਿਹੜਾ ਮੇਰਾ brave brain ਹੈ, ਜਿਹੜਾ ਜਿੱਤ ਸਕਦਾ ਹੈ ਆਪਣੀ bad voice ਤੋਂ, ਕਿਵੇਂ? Through the knowledge of Gurbani. That is the way, and this is why it is called var. Var ਦਾ literal ਜੋ meaning ਹੈ, sorry ਅੰਗਦ ਸਿੰਘ ਜੀ ਤੁਸੀਂ mute ਕਰ ਲੋਗੇ ਬੇਟੇ? ਸੋ ਜਿਹੜਾ ਵੀ ਅਸੀਂ ਗੱਲ ਕਰ ਰਹੇ ਹਾਂ, ਜਿਹੜਾ ਮੇਰੀ ਜਿਹੜੀ
ऑब्जेक्टिव ऑफ लाइफ हैगा जिहदे बारे आपां गल कर रहे हैं। वार दा लिटरल मीनिंग हुंदा है फाइट या वार ਉਹਨੂੰ ਵੀ ਕਹਿੰਦੇ ਆ ਕਿ ਇਟਸ ਅ ਪੋਮ, ਇਟਸ ਅ ਕੰਪੋਜੀਸ਼ਨ ਜਿਹੜੀ ਐਕਸਪਲੇਨ ਕਰਦੀ ਹੈ ਦ ਸਟੋਰੀਜ਼ ਆਫ brave people ਜਿਨ੍ਹਾਂ ਨੇ ਆਪਣੇ ਬਿਹੇਵੀਅਰ ਨੂੰ ਠੀਕ ਕੀਤਾ ਐਂਡ ਉਸ ਬਿਹੇਵੀਅਰ ਨੂੰ ਠੀਕ ਕਰਨ ਲਈ ਜਦੋਂ ਉਹ ਟਰੂ ਨੌਲੇਜ ਜਿਹੜੀ ਸੱਚ ਦਾ ਜਿਹੜਾ ਗਿਆਨ ਹੈ ਉਹਨੂੰ ਫੋਲੋ ਕੀਤਾ ਉਹ ਜਿਹੜੀ ਉਹਦਾ ਨੈਰੇਟਿਵ ਡਿਵੈਲਪ ਕਰਨਾ ਉਹਨੂੰ ਅਸੀਂ ਕਹਿੰਦੇ ਆ ਵਾਰ। I have tried to win over my bad habits. Now I have to narrate this story. ਇਹ ਜਿਹੜੀ ਸਟੋਰੀ ਹੈ, ਇਹ ਜਿਹੜੀ ਕੰਪੋਜੀਸ਼ਨ ਹੈ, ਇਹਨੂੰ ਕਹਿੰਦੇ ਆ ਵਾਰ। ਠੀਕ ਹੈ। ਹੁਣ ਅਸੀਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਚੰਡੀ ਕੀ ਵਾਰ। ਚੰਡੀ ਹੈ ਉਹ ਵਾਲਾ ਬ੍ਰੇਨ ਜਿਹੜਾ ਹਮੇਸ਼ਾ ਫੋਲੋ ਕਰ ਰਿਹਾ ਹੈ ਰਾਈਟ ਪਾਥ ਨੂੰ, ਵਿਲਿੰਗਲੀ ਉਸ ਪਾਥ ਤੇ ਵਾਕ ਕਰ ਰਿਹਾ ਹੈ ਜਿਹੜਾ ਪਾਥ ਮੈਨੂੰ ਹਮੇਸ਼ਾ ਐਨਲਾਈਟਨ ਕਰੇਗਾ, ट्रुथफुल बनाएगा, फीयरलैस बनाएगा, मैनू हमेशा सच सच के रस्ते ते चलने लई हमेशा मोटिवेट करेगा। है ना, ये ओ ब्रेन है जिन्हें अडैप्ट किया है सारी नॉलेज नू, और जिहड़ी ये जर्नी है, जिहड़ा इस पूरा सफर है, इस सफर नू डॉक्यूमेंट किया इस कंपोजिशन दे विच। ये सारी कंपोजिशन दा नाम है चंडी की वार। Is that clear बच्चों? हाँ जी। ठीक है जी, very good, very good. Okay, let's quickly move on। ਅਸੀਂ ਇਹਨੂੰ ਆਪਣੇ ਥੋੜਾ ਜਿਹਾ ਇਹਨੂੰ ਦੇਖ ਕੇ ਇੱਕ ਦੋ ਜਿਹੜੀਆਂ ਚੀਜ਼ਾਂ ਨੇ ਮੇਨ ਜਿਹੜੀਆਂ ਫਸਟ ਲਾਈਨਸ ਨੇ ਉਹਨਾਂ ਨੂੰ ਆਪਾਂ ਡਿਸਕਸ ਕਰ ਲੈਂਦੇ ਆ ਅਰਦਾਸ ਦੀਆਂ, ਤੇ ਫਿਰ ਅਸੀਂ ਆਪਣੀ ਰਿਕਾਰਡਿੰਗ ਨੂੰ ਬੰਦ ਕਰ ਲਵਾਂਗੇ। ਸੋ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਜੇ ਅਸੀਂ ਗੁਰਬਾਣੀ ਦੀ ਟੀਚਿੰਗਸ ਨੂੰ ਫੋਲੋ ਕਰਦੇ ਹਾਂ, ਇਫ ਵੀ ਲਿਵ ਬਾਈ ਦ ਟੀਚਿੰਗਸ ਆਫ ਗੁਰਬਾਣੀ, then what it is telling me that ਵਾਹਿਗੁਰੂ ਜੀ will help us win over bad habits। ਕਿਉਂਕਿ ਅਸੀਂ ਉਹ ਨੌਲੇਜ ਜਿਹੜੀ ਗੁਰਬਾਣੀ ਦੀਆਂ ਟੀਚਿੰਗਸ ਹੈ ਜਿਹੜੀਆਂ ਸਾਡੇ ਕੋਲ ਆ ਰਹੀਆਂ ਨੇ, ਜਿਨ੍ਹਾਂ ਨੂੰ ਅਸੀਂ ਯੂਜ਼ ਕਰ ਰਹੇ ਹਾਂ, ਇਹ ਸਾਰੀਆਂ ਟੀਚਿੰਗਸ, ਇਹ ਸਾਰੀ ਨੌਲੇਜ ਕਿੱਥੋਂ ਆ ਰਹੀ ਹੈ? ਇਹ ਵਾਹਿਗੁਰੂ ਜੀ ਕੋਲੋਂ ਆ ਰਹੀ ਹੈ। ਠੀਕ ਹੈ, ਇਹ ਨੌਲੇਜ ਆ ਰਹੀ ਹੈ ਪਰਮੇਸ਼ਵਰ ਕੋਲੋਂ, ਅਕਾਲ ਪੁਰਖ ਕੋਲੋਂ। ਇਹਦੇ ਡਿਫਰੈਂਟ ਨੇਮਸ ਅਸੀਂ ਕਹਿ ਸਕਦੇ ਹਾਂ। ਸੋ ਅਸੀਂ ਇੱਥੇ ਗੱਲ ਕਰ ਰਹੇ ਹਾਂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਜਦੋਂ ਅਸੀਂ ਕਿਸੇ ਨੌਲੇਜ ਨਾਲ, ਜਿਵੇਂ ਕੋਈ ਮੇਰਾ ਜਿਹੜਾ ਕੋਚ ਹੈ, ਜਦੋਂ ਉਹ ਮੈਨੂੰ ਟ੍ਰੇਨਿੰਗ ਦਿੰਦਾ ਹੈ, ਮੈਂ ਉਹ ਨੌਲੇਜ ਲੈ ਕੇ ਜਦੋਂ ਗੇਮ ਨੂੰ ਵਿਨ ਕਰਦਾ, ਦੈਨ ਜੇ ਮੈਂ ਇੱਕ ਟਰੂ ਸਟੂਡੈਂਟ ਹੋਵਾਂਗਾ, I will be grateful and thankful towards the teachings from my coach, from my mentor, जिन्हें मैनू वो knowledge ਦਿੱਤੀ कि how to play this game in the best way so that I can win it. So ਇੱਥੇ ਵਾਹਿਗੁਰੂ ਜੀ ਕੀ ਫਤਿਹ ਦਾ ਇਹ meaning ਹੈ, whatever we are achieving today is purely because of the blessings of ਵਾਹਿਗੁਰੂ ਜੀ। So what it does, it stops us going into that brain ਜਿਹੜਾ ਆਪਾਂ ਪਹਿਲਾਂ ਡਿਸਕਸ ਕੀਤਾ ਹੈ, ਜਿਹੜਾ ਮੈਨੂੰ ਈਗੋ ਵਿੱਚ ਲੈ ਜਾਏਗਾ, ਪ੍ਰਾਊਡ ਵਿੱਚ ਲੈ ਜਾਏਗਾ। So that is why it is very important we always be grateful to ਵਾਹਿਗੁਰੂ ਜੀ, and that is why we always say with ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ is the one who is providing me the required knowledge to win this game of life. Vaheguru ji has given me the Gurbani for me to fight with my own bad habits. ठीक है जी, is it clear बच्चों? Is there anything you guys want to add in this जो ਅਸੀਂ ਪਹਿਲੇ ਆਪਣੇ topics ਵਿੱਚ discuss ਕੀਤਾ ਹੈ, या anything which I have not been able to make clear?
ओके जी, लेट्स मूव ऑन फिर। ठीक है जी, फिर आ गया वार श्री भगौती जी की। ठीक है, हुण असीं गल करने लगे हैं कि वार हुणे असीं गल कीती है कि भी ये की हैगा war between good and bad thoughts in my own mind। ते ये भगौती की है, भगौती is the teachings of Gurbani that helps me win over my bad thoughts। Gurbani becomes my sword to kill the bad habits। ਹੁਣ ਮੈਨੂੰ ਆਪਣੀ ਬੈਡ ਹੈਬਿਟਸ ਨੂੰ ਫਾਈਟ ਕਰਨ ਲਈ ਟੂਲ ਚਾਹੀਦਾ ਹੈ, ਉਹ ਟੂਲ ਹੈ ਗੁਰਬਾਣੀ। ਗੁਰਬਾਣੀ ਇਜ਼ ਪ੍ਰੋਵਾਈਡਿੰਗ ਮੀ ਦ ਰਿਕੁਆਇਰਡ ਨੌਲੇਜ। ਸੋ ਇਹ ਹੁਣ ਅਸੀਂ ਚੰਡੀ ਕੀ ਵਾਰ ਸ਼ੁਰੂ ਕੀਤੀ, ਉਹਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਕੀ ਸਿਖਾ ਰਹੇ ਹੈ? ਪਹਿਲਾਂ ਸਿੱਖਿਆ ਦਿੱਤੀ ਕਿ ਫਤਿਹ ਹਮੇਸ਼ਾ ਵਾਹਿਗੁਰੂ ਜੀ ਕੀ ਦੀ ਹੋਏਗੀ ਹਮੇਸ਼ਾ, ਕਿਉਂਕਿ ਅਸੀਂ ਵਾਹਿਗੁਰੂ ਜੀ ਦੇ ਥਰੂ ਸਾਨੂੰ ਉਹ knowledge ਜਿਹੜੀ ਹੈ ਵਾਹਿਗੁਰੂ ਜੀ is sending or passing the knowledge for everyone through multiple different individuals। फिर वार श्री भगौती जी की। सो श्री भगौती जी की वार है ਜਿਹੜੀ ਗੁਰਬਾਣੀ, ਜਿਹੜੀ ਉਹ ਨੌਲੇਜ ਜਿਹੜੀ ਮੈਨੂੰ ਚਾਹੀਦੀ ਹੈ ਉਹ ਆਪਣੀ ਇਸ ਫਾਈਟ ਨੂੰ ਵਿਨ ਕਰਨ ਲਈ। ਉਹ ਜਿਹੜੀ ਨੌਲੇਜ ਹੈ ਉਸ ਨੌਲੇਜ ਨੂੰ ਅਸੀਂ ਕਹਿੰਦੇ ਆ ਭਗੌਤੀ। ਠੀਕ ਹੈ, ਦੇ ਮੇ ਵੀ ਜਿਹੜੇ ਹੈ ਵਰਡਸ ਥੋੜੇ ਡਿਫਰੈਂਟ ਹੋਣਗੇ, ਅਸੀਂ ਪਹਿਲਾਂ ਨਹੀਂ ਪੜ੍ਹੇ ਆਪਣੀਆਂ ਕਲਾਸਾਂ ਵਿੱਚ, ਬਟ ਦੈਟ ਇਜ਼ ਓਕੇ। ਬਟ ਬਿਕੋਜ਼ ਤੁਸੀਂ ਅਰਦਾਸ ਕਰਦੇ ਹੋ, ਯੂ ਸ਼ੁੱਡ ਨੋ ਵਾਟ ਡਜ਼ ਇਟ ਮੀਨ। ਸੋ ਜਦੋਂ ਨੈਕਸਟ ਟਾਈਮ ਤੁਸੀਂ ਅਰਦਾਸ ਕਰੋਗੇ, we should be in that humble state when we say Vaheguru Ji Ki Fateh, because we know that anything I am doing today, even if I am breathing, I am walking, it is because of the blessings of Vaheguru Ji। And if I am able to fight with my bad voice, I am following the teachings of Gurbani, which is Bhagavati। ठीक है जी, ਆਪਾਂ ਇਹਨੂੰ ਬਰੀਫਲੀ ਜਿਹੜਾ ਰੀਵਿਜ਼ਿਟ ਕਰ ਸਕਦੇ ਹਾਂ if there is anything which is not clear। So Bhagavati is the teaching of Gurbani and Chandi is the brain that adopts those teachings from Gurbani। So this is the two main key points from today's session ਜਿਹੜੇ I would like every single of you to remember। ਤੇ ਨੈਕਸਟ ਵੀਕ ਫਿਰ ਅਸੀਂ ਤੁਹਾਨੂੰ ਪੁੱਛਾਂਗੇ what do you understand about Bhagavati and Chandi। So it probably will be part of your homework as well ਕਿ ਅੱਜ ਦੀ ਸੈਸ਼ਨ ਦੇ ਵਿੱਚ ਅਸੀਂ through different types of brains ਅਸੀਂ ਇਹ ਸਮਝਣ ਲਈ ਇੱਕ ਅਟੈਂਪਟ ਕੀਤੀ ਹੈ ਕਿ what is Chandi and what is Bhagavati। So Bhagavati is the teachings of Gurbani and Chandi is the brain that adopts the teachings of Gurbani। So I tried my best to go very slow to make sure ਕਿ ਬੱਚਿਆਂ ਨੂੰ ਇਹ ਗੱਲ ਸਮਝ ਆ ਜਾਵੇ ਸਾਰਿਆਂ ਨੂੰ, ਬਟ ਫਿਰ ਵੀ ਜੇ ਕੋਈ ਵੀ ਗੱਲ ਨਹੀਂ ਸਮਝ ਆਈ ਹੋਏਗੀ ਸੋ ਪਲੀਜ਼ ਕਾਲ ਆਊਟ। ਪਰ ਆਪਾਂ ਇੱਥੇ ਫਤਿਹ ਬੁਲਾ ਕੇ ਰਿਕਾਰਡਿੰਗ ਸਟਾਪ ਕਰ ਲੈਨੇ ਆ, then we can go through some question answers after this। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ। ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ।